वाह गुरु जी का खालसा, वाह गुरु जी की फतेह। वाह का मतलब धन, वाह गुरु जी का खालसा, गुरु जी का खालसा वाह है, धन है, वाह गुरु जी की फतेह। तो गुरु जी की फतेह वो भी धन है, धनता योग है खालसा, धनता योग है गुरु जी की फतेह। सो वाह शब्द वखरा है, गुरु शब्द वखरा है। वाह शब्द फारसी का है, गुरु शब्द संस्कृत है। प्यारे दर्शकों, टॉपिक शुरू किया है सूरज प्रकाश संबंधी। सूर्य प्रकाश में जो भी मनमतां ਜਾਂ ਕਰਾਮਾਤਾਂ ਜਾਂ ਗੁਰਮਤ ਦੇ ਉਲਟ ਜੋ ਗੱਲਾਂ ਵਾੜੀਆਂ ਗਈਆਂ ਸੂਰਜ ਪ੍ਰਕਾਸ਼ ਦੇ ਰਾਹੀਂ ਬ੍ਰਾਹਮਣਵਾਦੀ ਉਹਨਾਂ ਦੀ ਖੋਜ ਕਰਨ ਤੋਂ ਬਾਅਦ ਇਹ ਟੌਪਿਕ ਜਿਹੜਾ ਹੈ ਇਹ ਸਾਂਝਾ ਕਰਨ ਦਾ ਯਤਨ ਕੀਤਾ ਗਿਆ ਹੈ। ਸੂਰਜ ਪ੍ਰਕਾਸ਼ ਦੇ ਗਪੌੜੇ ਭਾਗ ਦੂਜਾ। ਸੋ ਪਹਿਲੇ ਭਾਗ ਵਿੱਚ ਅਸੀਂ ਕੁਝ ਗੱਲਾਂ ਵਿਚਾਰਨ ਵਿੱਚ ਕਾਮਯਾਬ ਹੋਏ ਸਾਂ। ਕਿਵੇਂ ਸੂਰਜ ਪ੍ਰਕਾਸ਼ ਦੇ ਕਵੀ ਸੰਤੋਖ ਸਿੰਘ ਨੇ ਚੌਥੇ ਪਾਤਸ਼ਾਹ ਦਾ ਇੱਕ ਚੌਥਾ ਪੁੱਤਰ ਵੀ ਬਣਾਤਾ, ਉਹਨੂੰ ਕਿਸੇ ਹੋਰ ਦੇ ਘਰ ਵਿੱਚ ਜਨਮ ਵੀ ਦਵਾਤਾ, ਫਿਰ ਉਹਦੇ ਤੋਂ ਗਾਂਹ ਜਾ ਕੇ ਕਰਾਮਾਤ ਵੀ ਕਰਵਾ ਦਿੱਤੀ। ਤੇ ਉਹਦੀ ਮਾਂ ਨੂੰ ਪਿਆਸ ਲੱਗੀ, ਕਹਿੰਦਾ ਪਿਆਸ ਲੱਗੀ ਤਾਂ ਆ ਛੱਪੜ ਜਿਹੜਾ ਉਹਦੇ ਵਿੱਚੋਂ ਇੱਕ ਚਿੜ ਜੀ ਕੱਢ ਕੇ ਤਾਂ ਪਾਣੀ ਪੀ ਲਈ, ਤੋਂ ਬਾਅਦ ਉਹਨੂੰ ਢੱਕ ਦੇਈ। ਉਹ ਢੱਕਿਆ ਨਾ ਕਿ ਛੱਪੜ ਸਾਰਾ ਭਰ ਗਿਆ। ਹੁਣ ਛੱਪੜ ਸਾਰਾ ਭਰ ਗਿਆ ਅਤੇ ਉਹ ਸਾਰਾ ਪਾਣੀ ਜਿਹੜਾ ਸੀਗਾ ਉਹ ਰੁਕ ਕਿੱਦਾਂ ਗਿਆ? ਪਾਣੀ ਤਾਂ ਚੱਲਦਾ ਹੀ ਸੀਗਾ, ਅਤੇ ਉਹ ਸਾਰੇ ਪਿੰਡ 'ਚ ਪਾਣੀ ਫਿਰਨਾ ਚਾਹੀਦਾ ਸੀ। ਇੱਕ ਛੱਪੜ ਭਰ ਗਿਆ। ਫਿਰ ਅਖੇ ਇਲਾਕੇ ਦੇ ਸਾਰੇ ਲੋਕ ਇਹ ਕਰਾਮਾਤ ਦੇਖ ਕੇ ਸਿੱਖ ਬਣ ਗਏ। ਇਹ ਕਰਾਮਾਤਾਂ ਨਾਲ ਕੋਈ ਸਿੱਖ ਬਣਾਈਦੇ ਆ? ਜੇ ਕਰਾਮਾਤਾਂ ਨਾਲ ਸਿੱਖ ਬਣਾਉਣੇ ਹੁੰਦੇ ਤਾਂ ਬਾਬਾ ਨਾਨਕ ਕੋਲ ਕੁਝ ਘੱਟ ਸੀ, ਬਥੇਰਾ ਸਿੱਧਾਂ ਨੇ ਕਿਹਾ ਕਰਾਮਾਤਾਂ ਦਿਖਾਓ। ਸਤਿਗੁਰੂ ਪਾਤਸ਼ਾਹ ਨੇ ਕੋਈ ਕਰਾਮਾਤ ਨਹੀਂ ਦਿਖਾਈ, ਅਤੇ ਇਹੀ ਕਿਹਾ ਵੀ ਗੁਰਬਾਣੀ ਸੰਗਤ ਬਿਨਾ ਦੂਜੀ ਓਟ ਨਹੀਂ ਹੈ ਰਾਈ। ਇਹ ਤੋਂ ਬਿਨਾਂ ਵੱਡੀ ਕਰਾਮਾਤ ਨਹੀਂ ਹੈ। ਜਿਹੜਾ ਪਿਛੋਕੜ ਹੈ ਕਵੀ ਸੰਤੋਖ ਸਿੰਘ ਦਾ, ਉਹਦੇ ਬਾਰੇ ਵੀ ਵਿਚਾਰ ਕੀਤੀ ਸੀ ਪਹਿਲੀ ਵੀਡੀਓ ਵਿੱਚ ਕਿ ਇਹਨੇ ਜਿਹੜਾ ਇਹ ਸੂਰਜ ਪ੍ਰਕਾਸ਼ ਲਿਖਿਆ ਇਹ ਕੈਥਲ ਦੇ ਰਾਜੇ ਕੋਲ ਰਹਿ ਕੇ ਲਿਖਿਆ। ਕੈਥਲ ਦਾ ਰਾਜਾ ਉਦੈ ਸਿੰਘ ਸੀ। ਉਦੈ ਸਿੰਘ ਇਸ ਨੂੰ ਆਪਣੇ ਕੋਲ ਲੈ ਆਇਆ ਸੀ। ਇਹ ਮਹਾਰਾਜਾ ਕਰਮ ਸਿੰਘ ਪਟਿਆਲੇ ਵਾਲਿਆਂ ਕੋਲ ਨੌਕਰ ਸੀ ਪਹਿਲਾਂ। ਉੱਥੋਂ ਇਸ ਨੂੰ ਫਿਰ ਇਹ ਕੈਥਲ ਦਾ ਰਾਜਾ ਜਿਹੜਾ ਸੀ ਕੈਥਲਪਤੀ ਭਾਈ ਉਦੈ ਸਿੰਘ, ਫਿਰ ਉਹ ਇਸ ਨੂੰ ਫਿਰ ਆਪਣੇ ਦਰਬਾਰ ਵਿੱਚ ਲਾਇਆ ਸੀ, ਕਿਉਂ ਕਵੀ ਚੰਗਾ ਸੀ, ਕਵਿਤਾ ਲਿਖਦਾ ਸੀ। ਪਰ ਉੱਥੇ ਕੀ ਹੋਇਆ ਜੇ ਕੈਥਲ ਦੇ ਵਿੱਚ ਜਿਹੜੇ ਨੌਕਰ ਸਨ ਰਾਜਾ ਉਦੈ ਸਿੰਘ ਦੇ, ਉਹ ਪੰਡਿਤ ਸਨ, ਪੰਡਿਤ। ਅਤੇ ਇਹ ਨੌਕਰ ਪੰਡਤਾਂ ਦੀ ਸਹਾਇਤਾ ਨਾਲ ਫਿਰ ਇੱਥੇ ਇਹ ਰਚਨਾਵਾਂ ਕਰਨ ਲੱਗ ਪਿਆ। ਅਤੇ ਉਹਨਾਂ ਨੌਕਰ ਪੰਡਤਾਂ ਦੀ ਸ਼ਹਿ ਦੇ ਉੱਤੇ ਉਹਨਾਂ ਦੇ ਪ੍ਰਭਾਵ ਥੱਲੇ ਆ ਕੇ ਐਸਾ ਬ੍ਰਾਹਮਣਵਾਦ ਵਿੱਚ ਰਲਾ ਦਿੱਤਾ ਸਿੱਖੀ ਨੂੰ, ਜਿਹੜਾ ਉਹ ਬ੍ਰਾਹਮਣਵਾਦੀ ਸੋਚ ਦੇ ਨਾਲ ਇਹਨੇ ਐਕਸਪਲੇਨ ਕੀਤਾ। 10ਵੇਂ ਪਾਤਸ਼ਾਹ ਨੂੰ ਵੀ ਦੇਵੀ ਦੇ ਪੁਜਾਰੀ ਬਣਾ ਦਿੱਤਾ। ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਨੋਟਿਸ ਵਿੱਚ ਆਈਆਂ। ਅਤੇ ਢਾਡੀ ਸੋਹਣ ਸਿੰਘ ਸੀਤਲ ਨੇ ਵੀ ਕਾਫੀ ਸਟੱਡੀ ਕੀਤੀ ਸੂਰਜ ਪ੍ਰਕਾਸ਼ ਦੀ। ਉਸ ਨੇ ਵੀ ਕਿਤਾਬਾਂ ਲਿਖੀਆਂ ਇਸ ਦੇ ਉੱਪਰ, ਮਹਾਨ ਆਪਣੇ ਸੂਰਜ ਪ੍ਰਕਾਸ਼ ਦੇ ਉੱਪਰ। ਅਤੇ ਭਾਈ ਕਾਹਨ ਸਿੰਘ ਨਾਭਾ ਨੇ ਵੀ ਸਟੱਡੀ ਕੀਤੀ। ਉਸ ਨੇ ਵੀ ਆਪਣੇ ਮਹਾਨ ਕੋਸ਼ 'ਚ ਗਪੌੜੇ ਲਿਖਿਆ ਸੂਰਜ ਪ੍ਰਕਾਸ਼ ਦੇ ਕੁਛ। ਤੋ ਇੱਥੇ ਕੀ ਹੁੰਦਾ ਕਿ ਭਾਈ ਉਦੈ ਸਿੰਘ ਜੀ ਦੇ ਨੌਕਰ ਪੰਡਤਾਂ ਦੀ ਸਹਾਇਤਾ ਨਾਲ ਕਵੀ ਜੀ ਨੇ ਬਹੁਤ ਪੁਸਤਕਾਂ ਹਿੰਦੀ ਮਿਲੀ, ਪੰਜਾਬੀ ਵਿੱਚ ਹਿੰਦੀ ਮਿਲੀ, ਪੰਜਾਬੀ ਭਾਸ਼ਾ ਵਿੱਚ ਇੱਥੇ ਕਈ ਪੁਸਤਕਾਂ ਲਿਖੀਆਂ। ਹੁਣ ਆਪੇ ਹਿਸਾਬ ਲਾ ਲਓ
ਕਿ ਇਹਨੇ ਪੰਜਾਬੀ ਦਾ ਵੀ ਤਿਆਗ ਕਰ ਦਿੱਤਾ, ਅਤੇ ਪੰਜਾਬੀ ਵੀ ਕਿਉਂਕਿ ਪੰਡਤਾਂ ਦੇ ਵਿੱਚ ਰਹਿੰਦਾ ਸੀ ਅਤੇ ਉਹਨਾਂ ਦੇ ਪ੍ਰਭਾਵ ਥੱਲੇ ਹਿੰਦੀ ਨੁਮਾ ਪੰਜਾਬੀ ਲਿਖਣ ਲੱਗ ਪਿਆ, ਹਿੰਦੀ ਨੁਮਾ, ਹਿੰਦੀ ਮਿਲੀ ਪੰਜਾਬੀ। ਅਤੇ ਇੱਥੇ ਹੀ ਫਿਰ ਇਹਨਾਂ ਨੇ ਸੂਰਜ ਪ੍ਰਕਾਸ਼ ਦੇ ਕਵੀ ਨੇ ਸੰਤੋਖ ਸਿੰਘ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਜਿਹੜਾ ਉਹ ਵੀ ਇੱਥੇ ਹੀ ਲਿਖਿਆ ਇਹਨਾਂ ਪੰਡਤਾਂ ਦੇ ਵਿੱਚ ਰਹਿ ਕੇ। ਤਾਂ ਪਿਆਰਿਓ, ਇਸ ਤਰ੍ਹਾਂ ਇਹਨਾਂ ਦਾ ਜਿਹੜਾ ਪਿਛੋਕੜ ਹੈ ਇਹਨਾਂ ਦੇ ਪਿਤਾ ਜੀ ਦਾ ਦੇਵਾ ਸਿੰਘ ਦਾ, ਉਹ ਨਿਰਮਲਿਆਂ ਕੋਲੋਂ ਸਾਂਥਿਆ ਲਈ। ਫਿਰ ਕਵੀ ਸੰਤੋਖ ਸਿੰਘ ਦਾ ਪਿਛੋਕੜ ਜਿਹੜਾ ਇਹ ਵੀ ਇਹਨਾਂ ਨੇ ਸੰਤ ਸਿੰਘ ਨਿਰਮਲੇ ਕੋਲੋਂ ਫਿਰ ਇਹਨਾਂ ਨੇ ਆਪਣੀ ਸਿੱਖਿਆ ਲਈ। ਤਾਂ ਨਿਰਮਲਿਆਂ ਦਾ ਪ੍ਰਭਾਵ ਜਿਹੜਾ ਹੈ, ਬ੍ਰਾਹਮਣਵਾਦੀ ਪ੍ਰਭਾਵ ਜਿਹੜਾ, ਉਹ ਕਵੀ ਸੰਤੋਖ ਸਿੰਘ ਉੱਤੇ ਵੀ ਕਾਫੀ ਪਿਆ, ਜਿਹੜਾ ਕਿ ਸਾਨੂੰ ਸੂਰਜ ਪ੍ਰਕਾਸ਼ ਵਿੱਚੋਂ ਜਿੱਥੇ ਗੁਰਮਤਿ ਦੇ ਵਿਰੋਧੀ ਗੱਲਾਂ ਮਿਲਦੀਆਂ ਉੱਥੋਂ ਪ੍ਰਗਟ ਹੁੰਦਾ ਨਜ਼ਰ ਆਉਂਦਾ। ਤਾਂ ਹੁਣ ਆਪਾਂ ਚੱਲਦੇ ਹਾਂ ਦੂਜਾ ਭਾਗ ਜਿਹੜਾ ਹੈ ਸੂਰਜ ਪ੍ਰਕਾਸ਼ ਦੇ ਕਪੌੜੇ ਭਾਗ ਦੂਜਾ। ਇਹਦਾ ਰੈਫਰੈਂਸ ਜਿਹੜਾ ਹੈ ਜਿਹਨੇ ਦੇਖਣਾ ਹੈ ਉਹ ਰਾਸ਼ੀ ਪਹਿਲੀ ਅੰਸ਼ ਨੰਬਰ 46 ਅਤੇ 47, ਪਹਿਲੀ ਰਾਸ਼ੀ ਵਿੱਚੋਂ ਅੰਸ਼ ਨੰਬਰ 46 ਅਤੇ 47 ਇਹ ਪੜ੍ਹ ਸਕਦਾ। ਹੁਣ ਕੀ ਇੱਥੇ ਲਿਖਿਆ ਹੋਇਆ, ਊੜਾ ਭਾਗ, ਤੀਜੇ ਗੁਰੂ ਜੀ ਤੋਂ ਕੁਰੂਕਸ਼ੇਤਰ ਦੀ ਮਹਿਮਾ ਕਰਵਾਈ ਗਈ। ਕਵੀ ਸੰਤੋਖ ਸਿੰਘ ਨੇ ਤੀਸਰੇ ਪਾਤਸ਼ਾਹ ਕੋਲੋਂ ਮਹਿਮਾ ਕਰਵਾਈ, ਕੁਰੂਕਸ਼ੇਤਰ ਜਿਹੜਾ ਸਥਾਨ ਹੈ ਉਹਦੀ ਮਹਿਮਾ ਕਰਵਾਈ ਹੈ। ਕਿੱਦਾਂ ਕਰਵਾਈ ਆ, ਇਹ ਕਹਾਣੀ ਦੇਖੋ। ਕਵੀ ਸੰਤੋਖ ਸਿੰਘ ਅਨੁਸਾਰ ਗੁਰੂ ਜੀ ਭਹੋਵੇ ਤੋਂ ਚੱਲ ਕੇ ਕੁਰੂਕਸ਼ੇਤਰ ਪਹੁੰਚ ਗਏ। ਤੀਰਥ ਦੇ ਕੋਲ ਖੜ ਕੇ ਗੁਰੂ ਜੀ ਨੇ ਨਾਲ ਗਈ ਸੰਗਤ ਨੂੰ ਕਿਹਾ ਕਿ ਇਹ ਥਾਂ ਗੀਤਾ ਉਚਾਰਨ ਕਰਕੇ ਬਹੁਤ ਪਵਿੱਤਰ ਹੈ ਅਤੇ ਸਾਰੀ ਸੰਗਤ ਇੱਥੇ ਇਸ਼ਨਾਨ ਕਰੋ। ਦੱਸੋ, ਇਹ ਹੈ ਕਵੀ ਦਾ ਜਿਹੜਾ ਮਨਮਤੀ ਖਿਆਲ ਜਿਹੜਾ ਹੈ ਇਹਨੇ ਵਾੜਿਆ। ਇੱਥੇ ਇਸ਼ਨਾਨ ਕਰੋ, ਕੁਰੂਕਸ਼ੇਤਰ ਦੇ ਸਥਾਨ 'ਤੇ ਤੀਸਰੇ ਪਾਤਸ਼ਾਹ ਕੋਲੋਂ ਕਹਾਇਆ ਸੰਗਤਾਂ ਨੂੰ ਵੀ ਤੁਸੀਂ ਇੱਥੇ ਇਸ਼ਨਾਨ ਕਰੋ, ਕੁਰੂਕਸ਼ੇਤਰ ਇਹ ਪਵਿੱਤਰ ਥਾਂ ਆ। ਜਦੋਂ ਕਿ ਗੁਰੂ ਖੁਦ ਆਪ ਹੀ ਤੀਰਥ ਹੈ। ਬਾਣੀ ਵਿੱਚ ਬਾਰ-ਬਾਰ ਲਿਖਿਆ ਹੈ, ਗੁਰ ਸਮਾਨ ਤੀਰਥ ਨਹੀਂ ਕੋਏ। ਅਤੇ ਇੱਥੇ ਗੁਰੂ ਜੀ ਹੀ ਸੰਗਤਾਂ ਨੂੰ ਕਹਿ ਰਹੇ ਹਨ ਇੱਥੇ ਇਸ਼ਨਾਨ ਕਰੋ। ਇਹ ਕਵੀ ਦੀ ਚਾਲ ਦੇਖੋ। ਗੁਰੂ ਜੀ ਨੇ ਆਪ ਵੀ ਇੱਥੇ ਇਸ਼ਨਾਨ ਕੀਤਾ। ਕਵੀ ਕਹਿੰਦਾ ਹੈ, ਦੇਖੋ ਇਹ ਲਿਖਤ। ਹੁਣ ਲਿਖਤ ਵਿੱਚੋਂ ਕੁਝ ਜ਼ਰੂਰੀ ਗੱਲਾਂ ਜਿਹੜੀਆਂ ਆ ਉਹ ਵੀ ਸੰਗਤਾਂ ਨਾਲ ਇੱਥੇ ਸਾਂਝੀਆਂ ਕੀਤੀਆਂ ਗਈਆਂ। ਇਸ ਥਲ ਥਿਤ ਰਥ ਕ੍ਰਿਸ਼ਨ ਪੁਨੀਤਾ, ਅਰਜਨ ਸਾਥ ਕਹੀ ਸ਼ੁਭ ਗੀਤਾ, ਜਾਂ ਤੇ ਪਾਵਨ ਇਹ ਅਸਥਾਨਾ, ਸੰਗਤ ਸਗਰੀ ਕਰੋ ਇਸ਼ਨਾਨਾ। ਸਾਰੀ ਸੰਗਤ ਕਹਿੰਦੇ ਇੱਥੇ ਇਸ਼ਨਾਨ ਕਰੋ। ਇਹ ਨੰਬਰ 8 ਹੈ ਅੰਸ਼ 46 ਦਾ। ਵਿਚਾਰ, ਇੱਥੇ ਕਵੀ ਨੇ ਹਿੰਦੂ ਮਤ ਦੇ ਤੀਰਥ ਦੀ ਮਹਿਮਾ ਗੁਰੂ ਜੀ ਤੋਂ ਕਰਵਾ ਕੇ ਸਿੱਖੀ ਵਿਚਾਰਧਾਰਾ ਨੂੰ ਖੋਰਾ ਲਾਇਆ ਹੈ। ਸਿੱਖੀ ਵਿਚਾਰਧਾਰਾ ਵਿੱਚ ਜਿਹੜਾ ਤੀਰਥਾਂ ਦੇ ਖੰਡਨ ਦਾ ਜਿਹੜਾ ਜ਼ਿਕਰ ਬਾਰ-ਬਾਰ ਕੀਤਾ ਗਿਆ, ਇੱਥੇ ਤੀਰਥਾਂ ਦੀ ਮਹਿਮਾ ਗੁਰੂ ਜੀ ਕੋਲੋਂ ਕਰਵਾ ਦਿੱਤੀ ਹੈ। ਰੱਬ ਪਹਿਲਾਂ ਕੁਰੂਕਸ਼ੇਤਰ ਵਿੱਚ ਹੀ ਬੈਠਾ ਸੀ। ਕਵੀ ਨੇ ਕਿਹਾ ਕਿ ਰੱਬ ਪਹਿਲਾਂ ਕੁਰੂਕਸ਼ੇਤਰ ਵਿੱਚ ਹੀ ਬੈਠਾ ਸੀ। ਇਹ ਗੱਲ ਕਵੀ ਨੇ ਤੀਸਰੇ ਪਾਤਸ਼ਾਹ ਜੀ ਦੇ ਪਵਿੱਤਰ ਮੁਖ ਤੋਂ ਕਹਾਈ ਆ। ਆਹ ਦੇਖੋ, ਸੰਗਤ ਨੇ ਕੁਰੂਕਸ਼ੇਤਰ ਦੀ ਮਹਾਨਤਾ ਪੁੱਛੀ ਤਾਂ ਕਵੀ ਅਨੁਸਾਰ ਗੁਰੂ ਅਮਰਦਾਸ ਜੀ ਨੇ ਦੱਸਿਆ ਕਿ ਰੱਬ ਜਗਤ ਰਚਨਾ ਤੋਂ ਪਹਿਲਾਂ ਇੱਥੇ ਕੁਰੂਕਸ਼ੇਤਰ ਵਿੱਚ ਹੀ ਬੈਠਾ ਸੀ। ਸੁਣੀ ਜਾਓ ਧਿਆਨ ਨਾਲ ਪਿਆਰਿਓ। ਰੱਬ ਆਖੇ ਕੁਰੂਕਸ਼ੇਤਰ 'ਚ ਬੈਠਾ ਹੈ। ਜਦੋਂ ਸ੍ਰਿਸ਼ਟੀ ਅਜੇ ਬਣਾਈ ਨਹੀਂ ਸੀ ਤੇ ਇੱਥੇ ਲੁਕਿਆ ਬੈਠਾ ਸੀ ਕੁਰੂਕਸ਼ੇਤਰ 'ਚ। ਰੱਬ ਜਿਹੜਾ ਆ ਉਹ ਤਾਂ ਮੰਗਲਾਚਰਮ 'ਚ ਦੱਸਿਆ ਕਿ ਉਹ ਅਜੂਨੀ ਆ, ਉਹ ਜਨਮ ਨਹੀਂ ਲੈਂਦਾ, ਉਹ ਸਰੀਰ ਨਹੀਂ ਧਾਰਦਾ।
ਤੇ ਉਹ ਕੁਰੂਕਸ਼ੇਤਰ ਵਿੱਚ ਆ ਕੇ ਬੈਠਾ ਦਿਖਾ ਦਿੱਤਾ, ਔਰ ਉਹ ਵੀ ਤੀਸਰੇ ਪਾਤਸ਼ਾਹ ਦੇ ਮੂੰਹੋਂ ਕੁਹਾਤਾ ਕਵੀ ਨੇ। ਦੇਖੋ ਕਵੀ ਇਹ ਕੈਸੇ ਚਲਿੱਤਰ ਇੱਥੇ ਖੇਡ ਰਿਹਾ। ਤੇ ਇਹ ਦੇਖੋ ਕਵੀ ਦੀ ਜੋ ਰਚਨਾ ਵਿੱਚੋਂ ਲਿਖਿਆ, ਭੋ ਸੰਗਤ ਸੁਣੀਏ ਦੇ ਕਾਨ, ਉਪਜਿਓ ਨਹੀਂ ਜਬ ਜਗਤ ਮਹਾਨ, ਸ਼੍ਰੀ ਨਾਰਾਇਣ ਬੈਠੇ ਇਹਾਂ, ਭਇਓ ਏਤਕ ਮਹਿ ਆਸਨ ਮਹਾ। ਇਹ ਨੰਬਰ 42ਵਾਂ ਬੰਦ ਹੈ ਜਿਹੜਾ ਇੱਥੇ ਇਹ ਦਿਖਾਇਆ ਗਿਆ ਹੈ। ਸੰਗਤ ਵੱਲੋਂ ਪ੍ਰਸ਼ਨ ਕੀਤਾ ਗਿਆ, ਜਦੋਂ ਧਰਤੀ ਹੀ ਬਣੀ ਨਹੀਂ ਸੀ ਤਾਂ ਰੱਬ ਕਿਸ ਚੀਜ਼ ਉੱਤੇ ਬੈਠਾ ਸੀ? ਫਿਰ ਸੰਗਤ ਨੇ ਸਵਾਲ ਕੀਤਾ ਗੁਰੂ ਜੀ ਨੂੰ। ਇਹ ਕਵੀ ਕਹਿ ਰਿਹਾ ਆ, ਇਹ ਸਵਾਲ ਜਵਾਬ ਗੁਰੂ ਨੇ ਕੁਝ ਨਹੀਂ ਕੀਤੇ ਇੱਦਾਂ ਦੇ, ਪਰ ਕਵੀ ਨੇ ਕਲਪਨਾ ਬਣਾ ਕੇ ਇਹ ਗੁਰੂ ਜੀ ਨੂੰ ਵੀ ਨਾਲ ਲਿਆ ਕੇ ਵਿੱਚ ਜੋੜ ਦਿੱਤਾ ਮਹਿਮਾ ਕਰਨ ਲਈ ਇਸ ਸਥਾਨ ਦੀ। ਤੇ ਇਹ ਕਹਾਵਤ ਹੈ ਕਿ ਰੱਬ ਇੱਥੇ ਪਹਿਲਾਂ ਲੁਕਿਆ ਬੈਠਾ ਸੀ ਦੁਨੀਆ ਨੂੰ ਬਣਾਉਣ ਤੋਂ ਪਹਿਲਾਂ। ਕਵੀ ਕਹਿੰਦਾ ਫਿਰ ਸਿੱਖਾਂ ਨੇ ਸਵਾਲ ਕੀਤਾ ਗੁਰੂ ਜੀ ਤੋਂ ਵੀ ਜਦੋਂ ਧਰਤੀ ਹੀ ਬਣੀ ਨਹੀਂ ਸੀ ਤਾਂ ਰੱਬ ਫੇ ਕਿਸ ਚੀਜ਼ ਉੱਤੇ ਆ ਕੇ ਬੈਠਾ ਸੀ ਇੱਥੇ, ਜੇ ਦੁਨੀਆ ਬਣੀ ਨਹੀਂ ਸੀ? ਇਹ ਸਵਾਲ ਕਵੀ ਨੇ ਹੀ ਸੰਗਤਾਂ ਤੋਂ ਕਰਵਾਤਾ। ਫਿਰ ਕਵੀ ਕਹਿੰਦਾ, ਕਵੀ ਨੇ ਗੁਰੂ ਅਮਰਦਾਸ ਜੀ ਦੇ ਮੁਖ ਚੋਂ ਬਿਨਾਂ ਸਿਰ ਪੈਰ ਦੇ ਸਿੱਖਾਂ ਨੂੰ ਇਉਂ ਕਥਾ ਸੁਣਾਈ, ਐੜਾ ਜਗਤ ਦੀ ਰਚਨਾ ਰੱਬ ਦੇ ਕੰਨਾਂ ਦੀ ਮੈਲ ਤੋਂ ਹੋਈ ਆ ਸੁਣੀ ਜਾਓ ਹੁਣ। ਕਵੀ ਕਹਿੰਦਾ ਫਿਰ ਤੀਸਰੇ ਪਾਤਸ਼ਾਹ ਨੇ ਸੰਗਤਾਂ ਨੂੰ ਉੱਤਰ ਦਿੱਤਾ ਕਿ ਰੱਬ ਜਿਹੜੀ ਇਹ ਜਗਤ ਦੀ ਰਚਨਾ ਆ ਇਹ ਰੱਬ ਦੇ ਕੰਨਾਂ ਦੀ ਮੈਲ ਤੋਂ ਹੋਈ ਆ। ਨਾ ਰੱਬ ਕੋਈ ਜਨਮ ਲੈਂਦਾ, ਰੱਬ ਦਾ ਸਵੈਮ ਲਿਖਿਆ ਆ, ਸੈਭੰ ਆਪਣੇ ਆਪ ਹੋਣ ਵਾਲਾ। ਉਹ ਜੂਨੀ, ਉਹ ਜੂਨਾ ਵਿੱਚ ਨਹੀਂ ਆਉਂਦਾ। ਉਹਦੇ ਕੰਨ ਕਿੱਦਾਂ ਬਣ ਗਏ, ਉਹ ਸਰੀਰ ਕਿੱਦਾਂ ਧਾਰ ਲਿਆ, ਉਹਦੇ ਕੰਨਾਂ 'ਚੋਂ ਮੈਲ, ਇਹ ਕੰਨਾਂ 'ਚੋਂ ਮੈਲ ਜਿਹੜੀ ਕੱਢਣ ਦੀ ਘਟਨਾ ਆ ਨਾ, ਇਹ ਦਸ਼ਮ ਗ੍ਰੰਥ ਵਿੱਚ ਲਿਖੀ ਹੋਈ ਆ। ਦਸ਼ਮ ਗ੍ਰੰਥ 'ਚ ਲਿਖੀ ਹੋਈ ਆ ਜਿਹੜਾ ਮਹਾਕਾਲ ਸੀ ਉਹਨੇ ਆਪਣੇ ਕੰਨਾਂ ਦੀ ਮੈਲ 'ਚੋਂ ਧਰਤੀ ਦੀ ਰਚਨਾ ਜਿਹੜੀ ਆ ਉਹ ਕੀਤੀ ਆ। ਉੱਥੇ ਮਹਾਕਾਲ ਦੀਆਂ ਸਿਫਤਾਂ ਦਸ਼ਮ ਗ੍ਰੰਥ 'ਚ ਕੀਤੀਆਂ ਗਈਆਂ। ਅਤੇ ਉਹੀ ਕੰਨਾਂ ਦੀ ਮੈਲ ਵਾਲੀ ਕਹਾਣੀ ਇੱਥੇ ਕਵੀ ਸੰਤੋਖ ਸਿੰਘ ਨੇ ਵੀ ਦਸ਼ਮ ਗ੍ਰੰਥ ਵਾਲੀ ਜੋੜ ਦਿੱਤੀ ਇੱਥੇ। ਕੰਨਾਂ ਦੀ ਮੈਲ ਵਾਲੀ ਕਹਾਣੀ ਜੋੜ ਦਿੱਤੀ। ਫਿਰ ਕਵੀ ਨੇ ਕਿਹਾ ਕਿ ਗੁਰੂ ਜੀ ਨੇ ਦੱਸਿਆ ਚਾਰੇ ਪਾਸੇ ਪਾਣੀ ਹੀ ਪਾਣੀ ਸੀ। ਰੱਬ ਦੀ ਇੱਛਾ ਅਨੁਸਾਰ ਕਮਲ ਦੀ ਨਾਭੀ ਵਿੱਚੋਂ ਬ੍ਰਹਮਾ ਪੈਦਾ ਹੋ ਗਿਆ। ਕਮਲ ਦੀ ਨਾਭੀ ਵਿੱਚੋਂ ਬ੍ਰਹਮਾ ਪੈਦਾ ਹੋ ਗਿਆ। ਇਹ ਕਮਲ ਦੀ ਨਾਭੀ ਕਿਹਦੀ ਸੀ? ਵਿਸ਼ਨੂੰ ਦੀ। ਉਹ ਚੋਂ ਆ ਕੇ ਬ੍ਰਹਮਾ ਪੈਦਾ ਹੋ ਗਿਆ। ਫਿਰ ਕੀ ਹੋ ਗਿਆ? ਫਿਰ ਰੱਬ ਨੇ ਕੰਨਾਂ ਵਿੱਚੋਂ ਮੈਲ ਕੱਢ ਕੇ ਦੂਰ ਵਗਾ ਮਾਰੀ। ਹੁਣ ਗੱਲ ਤਾਂ ਇੱਥੇ ਕੀਤੀ ਵੀ ਕਮਲ ਦੀ ਨਾਭੀ 'ਚੋਂ ਬ੍ਰਹਮਾ ਪੈਦਾ ਹੋ ਗਿਆ। ਬ੍ਰਹਮਾ ਪੈਦਾ ਹੋ ਗਿਆ, ਫਿਰ ਰੱਬ ਜਿਹੜਾ ਇਹ ਵਿੱਚ ਕਿੱਥੋਂ ਆ ਗਿਆ? ਰੱਬ ਦੀ ਇੱਛਾ ਅਨੁਸਾਰ ਇਹ ਬ੍ਰਹਮਾ ਪੈਦਾ ਹੋ ਗਿਆ। ਬ੍ਰਹਮਾ ਨੂੰ ਪੈਦਾ ਕਰਕੇ ਫਿਰ ਕੀ ਕੀਤਾ? ਵੇਖ ਰੱਬ ਨੇ ਕਿ ਕੰਨਾਂ 'ਚੋਂ ਮੈਲ ਕੱਢ ਕੇ ਦੂਰ ਵਗਾ ਮਾਰੀ। ਇਹ ਦੇਖੋ ਇਹ ਕਹਾਣੀ ਚੌਥੇ ਪਾਤਸ਼ਾਹ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਇਹ ਕਵੀ ਜਿਹੜਾ ਸੁਣਾ ਰਿਹਾ, ਜਿਸ ਵਿੱਚੋਂ ਦੋ ਸ਼ਕਤੀਸ਼ਾਲੀ ਦੈਂਤ ਪੈਦਾ ਹੋ ਗਏ। ਇਹ ਸਾਰੀ ਦਸ਼ਮ ਗ੍ਰੰਥ ਦੀ ਕਹਾਣੀ ਆ। ਦੋ ਸ਼ਕਤੀਸ਼ਾਲੀ ਦੈਂਤ ਪੈਦਾ ਹੋ ਗਏ। ਦੋਵੇਂ ਦੈਂਤ ਫਿਰ ਬ੍ਰਹਮੇ ਕੋਲ ਆ ਗਏ। ਜਦੋਂ ਬ੍ਰਹਮੇ ਕੋਲ ਆ ਗਏ, ਜਿਨ੍ਹਾਂ ਨੂੰ ਦੇਖ ਕੇ ਬ੍ਰਹਮਾ ਡਰ ਗਿਆ ਅਤੇ ਭਗਉਤੀ ਭਗਵਤੀ ਦੀ ਸਿਫਤ ਕਰਨ ਲੱਗ ਪਿਆ। ਇਹੀ ਗੱਲਾਂ ਦਸ਼ਮ ਗ੍ਰੰਥ ਦੀਆਂ ਆ। ਭਗਵਤੀ ਅਤੇ ਭਗਵਤੀ ਦੀ ਸਿਫਤ ਕਰਨ ਦੀਆਂ ਦਸਵੇਂ ਪਾਤਸ਼ਾਹ ਕੋਲ ਉੱਥੇ ਸਿਫਤ ਕਰਾਈ ਹੈ ਭਗਵਤੀ ਦੀ। ਪ੍ਰਥਮ ਭਗਵਤੀ ਸਿਮਰ ਕੇ ਵਗੈਰਾ ਵਗੈਰਾ। ਦੇਖੋ ਕਵੀ ਦੀ ਇਹ ਲਿਖਤ ਜਿਹੜੀ ਅਸਲੀ ਲਿਖਤ ਆ ਉਹ ਵੀ ਆਪਾਂ ਨਾਲ ਨਾਲ ਦਿਖਾ ਰਹੇ ਇੱਥੇ। ਸਤੂਤ ਮਹਾ ਮਾਇਆ ਕੀ ਠਾਨੀ, ਉਤਪਤ ਸਥਿਤ ਹਤਨ ਜਗਰਾਨੀ, ਨਿੰਦਰਾ ਰੂਪ ਭਗਵਤੀ ਮਹਾ, ਸੁਹਾ ਸੁਧਾ ਬਖਟ ਕ੍ਰਿਤ ਆਹਾ। ਨੰਬਰ 14 ਅੰਸ਼ੂ 47। ਮਹਾਮਾਇਆ ਦਾ ਮਤਲਬ ਹੈ ਭਗਵਤੀ ਭਗਵਤੀ। ਸੁਆਹਾ ਅਤੇ ਬਾਖਟ ਇਹਦਾ ਮਤਲਬ ਹੈ ਆਹੂਤੀ ਦੇਣ ਸਮੇਂ ਵਰਤੇ ਜਾਂਦੇ ਸ਼ਬਦ ਆ ਇਹ।
ਭਗਵਤੀ ਨੇ ਬ੍ਰਹਮੇ ਦੀ ਪੁਕਾਰ ਸੁਣੀ, ਕਿਉਂਕਿ ਬ੍ਰਹਮਾ ਡਰ ਗਿਆ ਦੈਂਤਾਂ ਤੋਂ, ਤੇ ਪੁਕਾਰ ਕਿਵੇਂ ਸੁਣੀ? ਭਗਵਤੀ ਨੇ। ਇਹ ਮਤਲਬ ਰੱਬ ਕਿੱਥੇ ਗਿਆ? ਬ੍ਰਹਮੇ ਦੀ ਪੁਕਾਰ ਰੱਬ ਕੋਲ ਕਿਉਂ ਨਹੀਂ ਹੋਈ? ਕਿਉਂਕਿ ਰੱਬ ਦੀ ਮਰਜ਼ੀ ਨਾਲ ਬ੍ਰਹਮਾ ਪੈਦਾ ਹੋਇਆ, ਤੇ ਬ੍ਰਹਮ ਨੇ ਰੱਬ ਕੋਲ ਕਿਉਂ ਨਹੀਂ ਪੁਕਾਰ ਕੀਤੀ? ਪੁਕਾਰ ਕਰਤੀ ਭਗਵਤੀ ਕੋਲ, ਭਗਵਤੀ ਨੇ ਪੁਕਾਰ ਸੁਣੀ। ਇਹ ਗੱਲਾਂ ਦਸ਼ਗੁਣਾਂ ਦੇ ਵਿੱਚ ਭਗਵਤੀ ਜਿਹੜੀ ਮਹਾਨ ਹੈ, ਭਗਵਤੀ ਜਿਹਨੂੰ ਕਿਹਾ ਗਿਆ, ਭਗਵਤੀ, ਭਗਵਤੀ, ਦੁਰਗਾ, ਪਾਰਵਤੀ, ਭਵਾਨੀ, ਇਹ ਸਾਰੇ ਚੰਡੀ, ਇਹ ਸਾਰੇ ਇਹ ਪਾਰਵਤੀ ਦੇ ਨਾਂ ਆ। ਉਹੀ ਗੱਲ ਇੱਥੇ ਕਵੀ ਸੰਤੋਖ ਸਿੰਘ ਵੀ ਕਰ ਰਿਹਾ ਕਿ ਭਗਵਤੀ ਨੇ ਬ੍ਰਹਮੇ ਦੀ ਪੁਕਾਰ ਸੁਣੀ ਅਤੇ ਦੈਂਤਾਂ ਨਾਲ ਯੁੱਧ ਕੀਤਾ ਭਗਵਤੀ ਨੇ। ਇਹ ਯੁੱਧ 5000 ਸਾਲ ਚੱਲਦਾ ਰਿਹਾ। ਦੈਂਤ ਮਾਰੇ ਗਏ ਅਤੇ ਦੈਂਤਾਂ ਦੀ ਮਿੱਝ ਨਾਲ ਇਹ ਧਰਤੀ ਬਣ ਗਈ। ਦੈਂਤਾਂ ਦੀ ਮਿੱਝ ਨਾਲ ਇਹ ਧਰਤੀ ਬਣ ਗਈ। ਤੇ ਦੇਖੋ ਕਵੀ ਜੀ ਦੀ ਇਹ ਲਿਖਤ। ਹੁਣ ਇੱਥੇ ਦੈਂਤਾਂ ਦੀ ਮਿੱਝ ਨਾਲ ਧਰਤੀ ਬਣ ਗਈ, ਤਾਂ ਪਹਿਲਾਂ ਗੁਰੂ ਜੀ ਤੋਂ ਕਹਾਤਾ ਕਿ ਰੱਬ ਨੇ ਕੰਨਾਂ ਚੋਂ ਮੈਲ ਕੱਢ ਕੇ ਦੂਰ ਵਗਾਹ ਮਾਰੀ, ਧਰਤੀ ਉੱਥੋਂ ਬਣ ਗਈ। ਹੁਣ ਕਵੀ ਦੀ ਲਿਖਤ ਕਹਿੰਦੀ ਹੈ ਈੜੀ ਭਾਗ ਵਿੱਚ, ਧਰਤੀ ਦੈਂਤਾਂ ਦੀ ਮਿੱਝ ਤੋਂ ਬਣੀ, ਕਵੀ ਕਹਿੰਦਾ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਨੂੰ ਸਪੋਰਟ ਨਹੀਂ ਕਰਦੀ ਕਿ ਧਰਤੀ ਦੈਂਤਾਂ ਦੀ ਮਿੱਝ ਤੋਂ ਬਣੀ, ਜਾਂ ਇਹ ਕੰਨਾਂ ਚੋਂ ਮੈਲ ਕੱਢੀ ਮਹਾਕਾਲ ਦੇ ਤਾਂ ਬਣੀ ਆ। ਇਹ ਕਿੱਦਾਂ ਬਣੀ ਆ, ਜਗਤ ਦੀ ਰਚਨਾ ਕਿਵੇਂ ਹੋਈ ਹੈ, ਇਹ ਜਪਜੀ ਤੋਂ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਜਾ ਕਰਤਾ ਸਿਰਠੀ ਕੋ ਸਾਜ ਆਪੇ ਜਾਣੈ ਸੋਈ। ਇਹ ਉਹਨੂੰ ਹੀ ਪਤਾ ਆ। ਇੱਥੇ ਕਵੀ ਸੰਤੋਖ ਸਿੰਘ ਜਿਹੜਾ ਇਹ ਦੱਸਣ ਲੱਗਾ ਧਰਤੀ ਕਿੱਦਾਂ ਬਣੀ। ਦੇਖੋ ਕਵੀ ਲਿਖਦਾ, ਚੀਕਨ ਤਾ ਨਿਕਸੀ ਤਿੰਨ ਭਾਲ ਤੇ, ਉੱਪਰ ਨੀਰ ਰਹੀ ਤਰ ਸ਼ਾਹੀ, ਤਾਹੀਂ ਤੇ ਹੋਤ ਪਈ ਧਰਨੀ, ਜਗਦੀਸ਼ ਕਲਾ ਨਿਜ ਤੇ ਠਹਿਰਾਈ। ਬੰਦ ਨੰਬਰ 50 ਹੈ। ਧਰਨੀ ਮਲ ਧਰਤੀ ਹੈ ਨਾ ਕਪੌੜੇ। ਗੁਰੂ ਅਮਰਦਾਸ ਜੀ ਤੋਂ ਕੁਰੂਕਸ਼ੇਤਰ ਤੀਰਥ ਦੀ ਵਡਿਆਈ ਵੀ ਕਰਵਾ ਲਈ। ਤੀਰਥ ਵਿੱਚ ਗੁਰੂ ਜੀ ਅਤੇ ਸੰਗਤਾਂ ਨੂੰ ਇਸ਼ਨਾਨ ਵੀ ਕਰਵਾ ਦਿੱਤਾ ਕਵੀ ਸੰਤੋਖ ਸਿੰਘ ਨੇ, ਜਦੋਂ ਕਿ ਗੁਰੂ ਤਾਂ ਖੁਦ ਹੀ ਤੀਰਥ ਹੈ। ਬਾਣੀ ਕਹਿੰਦੀ ਹੈ ਰੱਬ ਦੇ ਕੰਨਾਂ ਦੀ ਮੈਲ ਤੋਂ, ਇਹਦਾ ਮਤਲਬ ਰੱਬ ਇੰਨਾ ਗੰਦਾ ਸੀ ਕਿ ਕੰਨਾਂ ਵਿੱਚ ਉਹਦੇ ਮੈਲ ਹੀ ਭਰੀ ਰਹਿੰਦੀ ਸੀ। ਕੰਨਾਂ 'ਚ ਮੈਲ ਭਰੀ ਰਹਿਣ ਦਾ ਮਤਲਬ ਇਹ ਆ, ਕੋਈ ਕੰਨਾਂ ਦੀ ਸਫਾਈ ਨਾ ਕਰੇ ਤਾਂ ਕੰਨਾਂ 'ਚ ਮੈਲ ਭਰਦੀ ਹੈ ਨਾ। ਅਖੇ ਇਹਦਾ ਮਤਲਬ ਰੱਬ ਇੰਨਾ ਗੰਦਾ ਹੋਊਗਾ ਵੀ ਉਹਦੇ ਕੰਨਾਂ 'ਚ ਮੈਲ ਹੀ ਭਰੀ ਸੀ। ਇਹ ਸੁਣ ਲਓ ਕਵੀ ਦੀਆਂ ਗੱਲਾਂ। ਰੱਬ ਇੰਨਾ ਗੰਦਾ ਸੀ ਕਿ ਉਹਦੇ ਕੰਨਾਂ ਵਿੱਚ ਮੈਲ ਹੀ ਭਰੀ ਰਹਿੰਦੀ ਸੀ। ਤੋ ਰੱਬ ਤਾਂ ਦੇਹਧਾਰੀ ਹੈ ਵੀ ਨਹੀਂ, ਜਗਤ ਰਚਨਾ ਵੀ ਕਰਵਾ ਲਈ ਕਵੀ ਨੇ ਕੰਨਾਂ ਦੀ ਮੈਲ ਤੋਂ। ਜਗਤ ਰਚਨਾ ਤੋਂ ਪਹਿਲਾਂ ਹੀ ਰੱਬ ਨੂੰ ਕੁਰੂਕਸ਼ੇਤਰ ਵਿੱਚ ਬਿਠਾ ਵੀ ਦਿੱਤਾ। ਜਦੋਂ ਜਗਤ ਰਚਨਾ ਜੇ ਹੋਈ ਨਹੀਂ ਸੀ ਤਾਂ ਕੁਰੂਕਸ਼ੇਤਰ ਕਿੱਥੋਂ ਆ ਗਿਆ, ਤੇ ਉੱਥੇ ਰੱਬ ਬੈਠ ਕਿੱਦਾਂ ਗਿਆ? ਨਾਲੇ ਕਵੀ ਕਹਿੰਦਾ ਜਗਤ ਰਚਨਾ ਅਜੇ ਬਣੀ ਨਹੀਂ ਸੀ ਤਾਂ ਰੱਬ ਪਹਿਲਾਂ ਹੀ ਆ ਕੇ ਉੱਥੇ ਬਹਿ ਗਿਆ। ਇਹ ਤੀਸਰੇ ਪਾਤਸ਼ਾਹ ਕੋਲੋਂ ਗੱਲਾਂ ਕਹਾਤੀਆਂ। ਦੈਂਤਾਂ ਦੀ ਮਿੱਝ ਤੋਂ ਧਰਤੀ ਵੀ ਬਣਾ ਦਿੱਤੀ। ਸਭ ਕੁਝ ਐਨ ਸਿੱਖੀ ਵਿਚਾਰਧਾਰਾ ਦੇ ਉਲਟ ਹੀ ਲਿਖ ਮਾਰਿਆ ਹੈ। ਤੋ ਪਿਆਰੋ, ਇਹ ਹੈ ਦੂਜਾ ਭਾਗ। ਤੇ ਇਹ ਸੂਰਜ ਪ੍ਰਕਾਸ਼ ਗ੍ਰੰਥ ਇੰਨਾ ਪ੍ਰਸਿੱਧ ਕਰ ਦਿੱਤਾ ਗਿਆ, ਡੇਰਿਆਂ ਵਾਲਿਆਂ ਨੇ ਕਹਿ ਲਓ ਜਾਂ ਬ੍ਰਾਹਮਣਵਾਦੀ ਵਿਚਾਰਧਾਰ ਵਾਲਿਆਂ ਨੇ ਕਹਿ ਲਓ, ਕਿ ਹਰੇਕ ਗੁਰਦੁਆਰੇ ਵਿੱਚ ਇਹਦੀ ਕਥਾ ਚਾਲੂ ਕਰ ਦਿੱਤੀ। ਕਥਾ ਕਰਨ ਵਾਲੇ ਇੱਦਾਂ ਦੀਆਂ ਕਹਾਣੀਆਂ ਕਦੀ ਸੁਣਾਉਂਦੇ ਹੀ ਨਹੀਂ। ਉਹ ਸੁਣਾਉਂਦੇ ਉਹ ਹੀ ਆ ਜਿਹੜੀਆਂ ਕੁਝ ਮਾੜਾ ਮੋਟਾ ਬਾਣੀ ਨਾਲ, ਬਾਣੀ ਦੇ ਉਪਦੇਸ਼ ਨਾਲ ਮੈਚ ਕਰਦੀਆਂ, ਇੱਦਾਂ ਦੀਆਂ ਸੁਣਾਉਂਦੇ ਆ। ਅਤੇ ਜਿਹੜੀਆਂ ਵਿੱਚ ਬ੍ਰਾਹਮਣਵਾਦ ਘੋਲਿਆ ਪਿਆ, ਇਹ ਸਕਿਪ ਕਰ ਜਾਂਦੇ ਆ। ਇਹ ਨਹੀਂ ਸੁਣਾਉਂਦੇ, ਇਹਨਾਂ ਪਾਰਟ ਹੀ ਹਟਾ ਦਿੰਦੇ ਆ। ਹਾਲਾਂਕਿ ਉਹਨਾਂ ਨੂੰ ਸੰਗਤਾਂ ਦੇ ਵਿੱਚ ਦੱਸਣਾ ਚਾਹੀਦਾ ਕਿ ਆਹ ਜਿਹੜੀਆਂ ਗੱਲਾਂ ਹੈਗੀਆਂ ਇਹ ਗੁਰਮਤਿ ਅਨੁਸਾਰ ਨਹੀਂ ਹਨ। ਇਹ ਗੁਰੂ ਗ੍ਰੰਥ ਸਾਹਿਬ ਦੀ ਫਿਲਾਸਫੀ ਜਿਹੜੀ ਵਿਚਾਰਧਾਰਾ ਉਹਦੇ ਉਲਟ ਹਨ। ਇੱਦਾਂ ਦਾ ਕੋਈ ਕਹਿੰਦਾ ਨਹੀਂ, ਅਤੇ ਗਾਂਹ ਤੁਰ ਜਾਂਦੇ ਆ ਸਕਿਪ ਕਰਕੇ। ਇਹ ਕੁਝ ਵਰਤਾਰਾ ਜਿਹੜਾ ਉਹ ਅੱਜ ਕੱਲ੍ਹ ਚੱਲ ਰਿਹਾ ਹੈ। ਤੋ ਫਿਰ ਤੀਸਰੇ ਭਾਗ ਵਿੱਚ ਆਪਾਂ ਦੁਬਾਰਾ ਫਿਰ ਵਿਚਾਰ ਕਰਾਂਗੇ। ਫਤਿਹ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।